ਗੁੱਡ ਈਵਨਿੰਗ ਟੂ ਆਲ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ, ਅਸੀਂ ਲਾਸਟ 2 ਡੇਜ਼ ਤੋਂ ਤੁਹਾਡੇ ਲਈ ਮਾਸਟਰ ਕਿੰਗਡਮ ਇੰਸਟੀਚਿਊਟ ਐਜ ਬਠਿੰਡਾ ਤੋਂ ਹੈ, ਤੁਹਾਡੇ ਲਈ ਕਲਾਸਿਸ ਲੈ ਕੇ ਆਇਆ ਹੈ ਜੋ ਕਿ ETT ਔਰ ਮਾਸਟਰ ਕੇਡਰ ਦੇ ਸਟੂਡੈਂਟਸ ਲਈ ਬੈਨੀਫਿਟ ਹਨ। ਅਤੇ ਇਸ ਦੇ ਵਿੱਚ ਅੱਜ ਅਸੀਂ ਪੋਲੀਟੀਕਲ ਸਾਇੰਸ ਦੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ, ਜੋ ਕਿ ਬਹੁਤ ਡਿਟੇਲ ਦੇ ਵਿੱਚ ਕਰਵਾਈ ਜਾਏਗੀ। ETT ਵਾਲੇ ਦਾ ਸਿਲੇਬਸ ਵੀ ਇਹ ਕਵਰ ਕਰ ਰਹੀ ਹੈ ਅਤੇ ਮਾਸਟਰ ਕੇਡਰ ਵਾਲਿਆਂ ਨੂੰ ਵੀ ਬੈਨੀਫਿਟ ਮਿਲੇਗਾ। ਇਸ ਤੋਂ ਇਲਾਵਾ ਜੋ ਵੀ ਕੰਪੀਟੀਟਿਵ ਐਗਜ਼ਾਮ ਦੇ ਰਹੇ ਨੇ ਸਟੂਡੈਂਟ, ਉਸ ਦੀ ਤਿਆਰੀ ਕਰ ਰਹੇ ਨੇ, ਉਹਨਾਂ ਲਈ ਵੀ ਬਹੁਤ ਹੀ ਬੈਨੀਫਿਟ ਰਹੇਗੀ। ਤਾਂ ਪਲੀਜ਼ ਸਾਰੇ ਹੀ ਸਟੂਡੈਂਟ ਇਸ ਨੂੰ ਸਮਝ ਸਕਦੇ ਨੇ, ਰੀਡ ਕਰ ਸਕਦੇ ਨੇ। ਜਦੋਂ ਹੀ ਡਿਟੇਲ ਕੰਪਲੀਟ ਹੁੰਦੀ ਹੈ ਆਪਣੀ, ਤਾਂ ਇਸ ਦੇ ਨਾਲ ਹੀ MCQ ਵੀ ਕਰਵਾਏ ਜਾਣਗੇ। ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਇਹ ਚੈਪਟਰ ਪੋਲੀਟੀਕਲ ਸਾਇੰਸ ਦੇ ਕਵਰ ਕਰਵਾਏ ਜਾਣਗੇ ਅਤੇ ਨਾਲ ਤੁਸੀਂ ਹੋ ਸਕੇ ਪੋਸੀਬਲ ਹੈ ਅਤੇ ਨੋਟ ਵੀ ਕਰ ਸਕਦੇ ਹੋ, ਨਹੀਂ ਤਾਂ ਸਮਝ ਲਓ ਤਾਂ ਬੈਟਰ ਰਹੇਗਾ। ਧਿਆਨ ਨਾਲ ਸੁਣ ਲਓ, ਸਮਝ ਲਓ। ਸਮਝੀ ਹੋਈ ਚੀਜ਼, ਦੇਖੀ ਹੋਈ ਚੀਜ਼ ਆਪਾਂ ਨਹੀਂ ਭੁੱਲਦੇ। ਸੋ ਆਓ ਆਪਾਂ ਸਟਾਰਟ ਕਰਦੇ ਹਾਂ ਅੱਜ ਪੋਲੀਟੀਕਲ ਸਾਇੰਸ ਦੀ ਕਲਾਸ, ਜੋ ਕਿ ਫਸਟ ਕਲਾਸ ਹੈ ਤੁਹਾਡੇ ਲਈ। ਇਸ ਵਿੱਚ ਸਿਲੇਬਸ ਅਕੋਰਡਿੰਗ ਫਸਟ ਚੈਪਟਰ ਹੈ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਹਾਂਜੀ, ਤਾਂ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਸੰਵਿਧਾਨ ਕੀ ਹੈ ਜੀ? ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਦਾ ਸੰਚਾਲਨ ਕੀਤਾ ਜਾਂਦਾ ਹੈ। ਦੇਸ਼ ਦੀ ਸਰਕਾਰ ਚਲਾਈ ਜਾਂਦੀ ਹੈ, ਉਸ ਦਾ ਪੂਰਾ ਸੰਚਾਲਨ ਕੀਤਾ ਜਾਂਦਾ ਹੈ। ਅਤੇ ਭਾਰਤੀ ਸੰਵਿਧਾਨ ਕਹਿੰਦੇ ਜਿਹੜਾ ਸੰਸਾਰ ਦਾ ਸਭ ਤੋਂ ਵੱਡੇ ਆਕਾਰ ਵਾਲਾ ਅਤੇ ਵਿਸਥਾਰਪੂਰਨ ਹੈ। ਭਾਰਤੀ ਸੰਵਿਧਾਨ ਲਚੀਲਾ ਅਤੇ ਕਠੋਰ ਵੀ ਹੈ। ਆਜ਼ਾਦੀ ਤੋਂ ਬਾਅਦ ਦੇ ਸੰਵਿਧਾਨ ਦੀ ਆਪਾਂ ਗੱਲ ਕਰਦੇ ਹਾਂ। ਆਜ਼ਾਦੀ ਤੋਂ ਬਾਅਦ ਕਹਿੰਦੇ ਫਸਟ ਮੀਟਿੰਗ ਹੋਈ ਸੀ 29 ਅਗਸਤ 1947 ਨੂੰ, ਜਿਸ ਵਿੱਚ ਡਰਾਫਟਿੰਗ ਕਮੇਟੀ ਬੈਠੀ ਸੀ, ਜਿਸ ਦੇ 7 ਮੈਂਬਰ ਸੀ, ਜਿਸ ਦੇ ਚੇਅਰਮੈਨ ਸਨ ਡਾਕਟਰ BR ਅੰਬੇਦਕਰ। ਸਾਨੂੰ ਸਭ ਨੂੰ ਹੀ ਪਤਾ ਹੈ ਡਾਕਟਰ BR ਅੰਬੇਦਕਰ ਨੂੰ ਸੰਵਿਧਾਨ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਓਕੇ ਜੀ। ਅਤੇ ਇਸ ਦੇ ਵਿੱਚ 6 ਮੈਂਬਰ ਹੋਰ ਵੀ ਸਨ ਜੋ ਸੰਵਿਧਾਨ ਦੇ ਨਿਰਮਾਣ ਵਿੱਚ ਜਿਨ੍ਹਾਂ ਨੇ ਆਪਣਾ ਯੋਗਦਾਨ ਪਾਇਆ। ਅਦਰਸ ਮੈਂਬਰਸ ਦੇ ਨਾਮ ਵੀ ਅਸੀਂ ਨੋਟ ਕਰਾਂਗੇ। ਹਾਂਜੀ, ਫਸਟ ਹੈ DP ਖਤਾਨ। ਕਹਿੰਦੇ DP ਖਤਾਨ ਜੋ ਸਨ, ਸੰਵਿਧਾਨ ਦੇ ਨਿਰਮਾਣ ਦੌਰਾਨ ਇਹਨਾਂ ਦੀ ਡੈਥ ਹੋ ਗਈ ਸੀ। ਫਿਰ ਬਣੇ TT ਕ੍ਰਿਸ਼ਨਮਚਾਰੀ। ਨੈਕਸਟ ਹੈ ਜੀ BL ਮਿੱਤਲ। ਇਹਨਾਂ ਨੇ ਰਿਜ਼ਾਈਨ ਦਿੱਤਾ ਸੀ ਅਤੇ ਨਿਰਮਾਣ ਦੌਰਾਨ ਫਿਰ ਉਸ ਤੋਂ ਬਾਅਦ ਮਾਧਵ ਰਾਓ ਬਣੇ ਸੀ। ਸੰਵਿਧਾਨ ਦੇ ਨਿਰਮਾਣ ਦੇ ਦੌਰਾਨ ਹੀ ਇਹਨਾਂ ਨੇ ਰਿਜ਼ਾਈਨ ਦਿੱਤਾ ਸੀ ਅਤੇ ਨਾਲ ਦੀ ਨਾਲ ਮਾਧਵ ਰਾਓ ਮੈਂਬਰ ਬਣੇ ਸੀ। ਉਸ ਤੋਂ ਬਾਅਦ ਹੈ KM ਮੁਨਸ਼ੀ। 4 ਨੰਬਰ 'ਤੇ ਮੁਹੰਮਦ ਸਦੁੱਲਾ। ਨੈਕਸਟ ਹੈ ਗੋਪਾਲ ਸਵਾਮੀ ਆਇਨਗਰ, ਕ੍ਰਿਸ਼ਨਾ ਸਵਾਮੀ ਆਇਰ। ਇਹ 6 ਮੈਂਬਰ ਸੀ ਜੀ। ਟੋਟਲ ਮੈਂਬਰ ਪੁੱਛੇ ਜਾਣ ਤਾਂ 7 ਮੈਂਬਰ ਹੈ। ਚੇਅਰਮੈਨ ਡਾਕਟਰ BR ਅੰਬੇਦਕਰ ਨੇ ਅਤੇ ਇਸ ਤੋਂ ਇਲਾਵਾ ਬਾਕੀ ਦੇ ਮੈਂਬਰ 6 ਮੈਂਬਰ ਨੇ। ਉਮੀਦ ਕਰਦੀ ਹਾਂ ਤੁਹਾਨੂੰ ਸਮਝ ਵੀ ਆ ਰਿਹਾ ਹੈ, ਕਲੀਅਰ ਵੀ ਦਿਖਾਈ ਦੇ ਰਿਹਾ। ਹਾਂਜੀ, ਨੈਕਸਟ ਹੈ ਉਸ ਤੋਂ ਬਾਅਦ ਇਸ ਸੰਵਿਧਾਨ ਨੂੰ ਬਣਨ ਦੇ ਵਿੱਚ ਸਮਾਂ ਕਿੰਨਾ ਲੱਗਿਆ। ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਨੇ, ਬਹੁਤ ਹੀ ਇੰਪੋਰਟੈਂਟ। ਪਲੀਜ਼ ਇਹਨਾਂ ਨੂੰ ਨੋਟ ਕਰ ਲਓ ਨਾਲ ਦੀ ਨਾਲ। ਸੰਵਿਧਾਨ ਨੂੰ ਬਣਨ ਵਿੱਚ ਸਮਾਂ ਕਿੰਨਾ ਲੱਗਿਆ ਸੀ ਜੀ? 2 year 11 month 18 days। ਜੇ ਡੇਜ਼ ਦੀ ਗੱਲ ਕਰਦੇ ਹਾਂ, ਟੋਟਲ ਡੇਜ਼ 114 ਡੇਜ਼ ਲੱਗੇ ਸਨ ਔਰ 166 ਸੈਸ਼ਨਸ ਹੋਏ ਸਨ। 64 ਲੱਖ ਇਨਵੈਸਟ ਕੀਤਾ ਗਿਆ ਸੀ। ਹਾਂਜੀ, ਉਸ ਤੋਂ ਬਾਅਦ ਹੈ 26 ਨਵੰਬਰ 1949 ਨੂੰ ਸੰਵਿਧਾਨ ਹੈ ਜਿਹੜਾ ਸਾਡਾ ਰੈਡੀ ਹੋ ਗਿਆ ਸੀ ਬਣ ਕੇ। 26 ਜਨਵਰੀ 1950 ਨੂੰ ਇਸ ਨੂੰ ਲਾਗੂ ਕੀਤਾ ਗਿਆ ਅਤੇ ਰਿਪਬਲਿਕ ਡੇ ਮਨਾਇਆ ਜਾਂਦਾ ਹੈ। ਉਸ ਤੋਂ ਬਾਅਦ ਹੈ ਜੀ 26 ਜਨਵਰੀ 1930 ਕਾਂਗਰਸ ਨੇ ਪੂਰਨ ਸਵਰਾਜ ਦੇ ਰੂਪ ਵਿੱਚ ਮਨਾਇਆ ਸੀ ਜੀ ਇਸ ਨੂੰ 1930 ਦੇ ਵਿੱਚ। 26 ਜਨਵਰੀ 1930 ਦੇ ਵਿੱਚ ਕਾਂਗਰਸ ਨੇ ਪੂਰਨ ਸਵਰਾਜ ਦੇ ਰੂਪ ਵਿੱਚ ਮਨਾਇਆ ਸੀ। ਉਸ ਤੋਂ ਬਾਅਦ ਕੁਝ ਅਮੈਂਡਮੈਂਟ ਕੀਤੀਆਂ, ਇਸ ਵਿੱਚ ਸੰਸ਼ੋਧਨ ਕੀਤੇ। ਹੁਣ ਤੱਕ ਸੰਸ਼ੋਧਨ ਜਿਹੜੇ ਇਸ ਵਿੱਚ ਹੋ ਚੁੱਕੇ ਨੇ 103 ਹੋ ਚੁੱਕੇ ਨੇ। ਇਹ ਵੀ ਪੁੱਛਿਆ ਜਾ ਸਕਦਾ ਹੈ ਤੁਹਾਨੂੰ ਕਈ ਵਾਰ ਕੁਐਸਚਨ, ਕਦੋਂ ਰੈਡੀ ਹੋਇਆ, ਕਦੋਂ ਲਾਗੂ ਹੋਇਆ, ਸੰਵਿਧਾਨ ਨੂੰ ਬਣਨ ਵਿੱਚ ਕਿੰਨਾ ਸਮਾਂ ਲੱਗਿਆ, ਕਿੰਨੇ ਡੇਜ਼ ਲੱਗੇ, ਇਸ ਦੌਰਾਨ ਕਿੰਨਾ ਸੈਸ਼ਨਸ ਕਿੰਨੇ ਹੋਏ ਸੀ। ਕੋਈ ਵੀ ਕੁਐਸਚਨ ਤੁਹਾਨੂੰ ਪੁੱਟ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਆ ਜਾਓ ਜੀ ਫੋਰਨ ਸੋਰਸਿਸ ਆਫ ਇੰਡੀਆ ਕੌਨਸਟੀਟਿਊਸ਼ਨ।
हाँ जी, ਫੋਰਨ ਦੇ ਜਿਹੜੇ ਸੋਰਸਿਸ ਜੋ ਫੋਰਨ ਤੋਂ ਲਏ ਗਏ ਸੀ ਸਾਡੇ ਇੰਡੀਆ ਦੇ ਸੰਵਿਧਾਨ ਦੇ ਲਈ, ਫੋਰਨ ਤੋਂ ਜੋ ਲਏ ਗਏ ਆ ਉਹਨਾਂ ਬਾਰੇ ਡਿਟੇਲ ਵਿੱਚ ਜਾਣਾਂਗੇ। USA ਤੋਂ ਜੋ ਲਏ ਗਏ ਆ, ਫਸਟ USA ਤੋਂ ਪ੍ਰੈਂਬਲ, ਪ੍ਰਸਤਾਵਨਾ USA ਤੋਂ ਲਈ ਗਈ ਆ। ਫੰਡਾਮੈਂਟਲ ਰਾਈਟਸ, ਪੋਸਟ ਆਫ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਦੀ ਪੋਸਟ, ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ, ਸੁਪਰੀਮ ਕੋਰਟ ਜੁਡੀਸ਼ਰੀ, ਜੁਡੀਸ਼ੀਅਲ ਰਿਵਿਊ। ਇਹ ਨੋਟ ਕਰ ਲਓ ਜੀ ਸਾਰੇ ਪੁਆਇੰਟ, ਇਹ ਸਾਰੇ USA ਤੋਂ ਹੀ ਲਏ ਗਏ। ਇਹਦੇ ਵਿੱਚੋਂ ਕੋਈ ਵੀ ਕੁਐਸਚਨ ਪੁੱਟ ਕੀਤਾ ਜਾ ਸਕਦਾ ਹੈ ਕਿ ਪੋਸਟ ਆਫ ਪ੍ਰੈਜ਼ੀਡੈਂਟ ਕਿਸ ਫੋਰਨ ਕੰਟਰੀ ਤੋਂ ਲਈ ਗਈ ਹੈ, USA ਤੋਂ ਲਈ ਗਈ ਹੈ। ਹਾਂਜੀ, ਬ੍ਰਿਟੇਨ ਤੋਂ ਸਿਟੀਜ਼ਨਸ਼ਿਪ ਆ ਜਾਂਦੀ ਹੈ। ਪਾਰਲੀਆਮੈਂਟਰੀ ਪ੍ਰੋਵੀਜ਼ਨਸ ਆ ਗਈਆਂ। ਸੰਸਦੀ ਪ੍ਰਣਾਲੀ ਵਿਧੀ ਨਿਰਮਾਣ ਦੀ ਜਿੰਨੀ ਵੀ ਕਿਰਿਆ ਹੈ ਉਹ ਬ੍ਰਿਟੇਨ ਥਰੂ ਹੀ ਲਈ ਗਈ ਹੈ। ਹਾਂਜੀ, ਅੱਗੇ ਲਾਅ ਮੇਕਿੰਗ ਪ੍ਰੋਸੈਸ, ਕਾਨੂੰਨ ਬਣਾਉਣ ਦਾ ਜਿਹੜਾ ਪ੍ਰੋਸੈਸ ਹੈ ਉਹ ਵੀ ਬ੍ਰਿਟੇਨ 'ਚ ਹੀ ਲਿਆ ਗਿਆ ਜੀ। ਆਇਰਲੈਂਡ ਕੰਟਰੀ ਆ ਗਿਆ ਆਇਰਲੈਂਡ। ਆਇਰਲੈਂਡ ਦੇ ਵਿੱਚ ਇਲੈਕਸ਼ਨ ਪ੍ਰੋਸੈਸ ਆਫ ਪ੍ਰੈਜ਼ੀਡੈਂਟ, ਦੇਖੋ ਇਲੈਕਸ਼ਨ ਪ੍ਰੋਸੈਸ ਆਫ ਪ੍ਰੈਜ਼ੀਡੈਂਟ ਪਹਿਲਾਂ ਜੋ ਆਪਾਂ ਕੀਤਾ ਹੈ ਇਲੈਕਸ਼ਨ ਆਫ ਦਾ ਪ੍ਰੈਜ਼ੀਡੈਂਟ ਕੀਤਾ ਸੀ USA ਦੇ ਵਿੱਚ, ਬਟ ਇਲੈਕਸ਼ਨ ਪ੍ਰੋਸੈਸ ਕੀ ਹੈ, ਹੁਣ ਪ੍ਰੋਸੈਸ ਆ ਗਿਆ, ਕਨਫਿਊਜ਼ ਨਾ ਹੋਇਓ। ਇਲੈਕਸ਼ਨ ਪ੍ਰੋਸੈਸ ਆਫ ਪ੍ਰੈਜ਼ੀਡੈਂਟ ਆਇਰਲੈਂਡ ਤੋਂ। ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ, ਜਿਸ ਨੂੰ ਕਹਿੰਦੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਆਇਰਲੈਂਡ ਤੋਂ ਲੈ ਗਿਆ। ਉਸ ਤੋਂ ਬਾਅਦ ਜੀ 12 ਮੈਂਬਰ ਜੋ ਰਾਜ ਸਭਾ ਦੇ ਲਏ ਜਾਂਦੇ ਆ ਪ੍ਰੈਜ਼ੀਡੈਂਟ ਦੁਆਰਾ। ਰਾਜ ਸਭਾ 'ਚ ਜੋ 12 ਮੈਂਬਰ ਪ੍ਰੈਜ਼ੀਡੈਂਟ ਜਿਨ੍ਹਾਂ ਦੀ ਚੋਣ ਕਰਦਾ ਹੈ, ਅਪੁਆਇੰਟਮੈਂਟ 12 ਮੈਂਬਰਸ ਇਨ ਦਾ ਰਾਜ ਸਭਾ ਬਾਈ ਪ੍ਰੈਜ਼ੀਡੈਂਟ, ਇਹ ਵੀ ਆਇਰਲੈਂਡ ਤੋਂ ਲਿਆ ਗਿਆ ਹੈ। ਉਸ ਤੋਂ ਬਾਅਦ ਜੀ ਅਵਾਰਡ, 4 ਆਨਰਸ ਗਿਵਨ ਬਾਈ ਪ੍ਰੈਜ਼ੀਡੈਂਟ, 4 ਅਵਾਰਡਸ ਦਿੱਤੇ ਜਾਂਦੇ ਆ ਆਨਰਸ ਨੂੰ ਜੋ ਗਿਵਨ ਬਾਈ ਦਾ ਪ੍ਰੈਜ਼ੀਡੈਂਟ ਦੁਆਰਾ ਜੋ ਦੇਣੇ ਹੁੰਦੇ ਨੇ, ਉਹ ਵੀ ਆਇਰਲੈਂਡ ਤੋਂ ਲਿਆ ਗਿਆ। ਨੈਕਸਟ ਹੈ ਜੀ ਆਸਟ੍ਰੇਲੀਆ। ਹਾਂਜੀ, ਪਲੀਜ਼ ਤੁਸੀਂ ਨੋਟ ਕਰ ਲਓ, ਪਲੀਜ਼ ਨਾਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੁਹਾਨੂੰ ਬਹੁਤ ਬੈਨੀਫਿਟ ਮਿਲੇਗਾ। ਅਸੀਂ ਹੋਰ ਵੀ ਡਿਟੇਲ ਦੇ ਵਿੱਚ ਜਾਵਾਂਗੇ। ਪਹਿਲਾਂ ਪੋਲੀਟੀਕਲ ਤੁਹਾਨੂੰ ਸਾਰੀ ਕੰਪਲੀਟ ਕਰਵਾਈ ਜਾਏਗੀ, ਉਸ ਤੋਂ ਬਾਅਦ ਦੇਖੋ ਨਾਲ ਪ੍ਰੈਕਟਿਸ ਸੈੱਟ ਵੀ ਚੱਲ ਰਹੇ ਨੇ, ਇਹ ਨਹੀਂ ਆ, ਅਤੇ ਨਾਲ ਹੁਣ ਡਿਟੇਲ ਵੀ ਪੋਲੀਟੀਕਲ ਸਾਇੰਸ ਦੀ ਸਟਾਰਟ ਹੋ ਚੁੱਕੀ ਹੈ, ਨਾਲ MCQ ਵੀ ਚੱਲਣਗੇ। ਸੋ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਦਿਓ। ਹਾਂਜੀ, ਅੱਗੇ ਹੈ ਜੀ ਆਸਟ੍ਰੇਲੀਆ। ਆਸਟ੍ਰੇਲੀਆ ਦੇ ਵਿੱਚ ਲੈਂਗੁਏਜ ਆਫ ਦਾ ਪ੍ਰੈਂਬਲ, ਜੋ ਪ੍ਰਸਤਾਵਨਾ ਦੀ ਭਾਸ਼ਾ ਸੀ ਉਹ ਲਈ ਗਈ ਹੈ। ਜੁਆਇੰਟ ਸੈਸ਼ਨ ਕਾਲਡ ਬਾਈ ਦਾ ਪ੍ਰੈਜ਼ੀਡੈਂਟ ਦੁਆਰਾ, ਦੇਖੋ ਜੁਆਇੰਟ ਸੈਸ਼ਨ ਬੁਲਾਇਆ ਜਾਂਦਾ ਹੈ ਇੱਕ, ਉਹ ਵੀ ਆਸਟ੍ਰੇਲੀਆ ਤੋਂ ਲਿਆ ਗਿਆ। ਪਾਵਰ ਆਫ ਦਾ ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ ਦੀ ਕੀ ਪਾਵਰ ਹੈ। ਰੂਲਸ ਆਫ ਦਾ ਟ੍ਰੇਡ, ਇੱਕ ਵਪਾਰ ਦੇ ਨਿਯਮ ਕੀ ਹੈ। ਕੌਨਕਰੀਟ ਲਿਸਟ, ਜਿਹੜੀ ਕਿ ਸਮਵਰਤੀ ਸੂਚੀ ਹੈ। ਸਮਵਰਤੀ ਸੂਚੀ ਜਿਸ ਵਿੱਚ ਕੇਂਦਰ ਅਤੇ ਰਾਜ ਦੋਵੇਂ ਹੀ ਕਾਨੂੰਨ ਬਣਾ ਸਕਦੇ ਆ, ਕੋਈ ਇੱਕ ਨਹੀਂ ਹੈ, ਜਿਸ ਵਿੱਚ ਦੋਵੇਂ ਹੀ ਕਾਨੂੰਨ ਬਣਾ ਸਕਦੇ ਆ, ਦੋਨਾਂ ਨੂੰ ਹੀ ਪਰਮਿਸ਼ਨ ਹੁੰਦੀ ਹੈ। ਆਸਟ੍ਰੇਲੀਆ ਤੋਂ ਲੈ ਗਿਆ। ਉਸ ਤੋਂ ਬਾਅਦ ਹੈ ਜੀ ਫਰਾਂਸ। ਫਰਾਂਸ ਦੀ ਲਿਬਰਟੀ, ਇਕੁਐਲਿਟੀ, ਫਰੈਟਰਨਿਟੀ, ਤਿੰਨੋਂ ਹੀ ਸ਼ਬਦ ਜਿਹੜੇ ਇਹ ਫਰਾਂਸ ਤੋਂ ਹੀ ਲਏ ਗਏ ਨੇ। ਹਾਂਜੀ, ਨੋਟ ਕਰ ਲਓ ਨਾਲ ਪਲੀਜ਼। ਤੁਸੀਂ ਵੀਡੀਓ ਨੂੰ ਰੋਕ ਕੇ ਵੀ ਸਕਿਪ ਕਰਕੇ ਤੁਸੀਂ ਨੋਟ ਕਰ ਸਕਦੇ ਹੋ ਨਾਲ। ਸਭ ਤੋਂ ਬੈਟਰ ਇਹ ਹੈ ਵੀ ਤੁਸੀਂ ਇਹਨੂੰ 2-3 ਵਾਰ ਸੁਣੋ, ਸਮਝੋ, ਸਮਝਣ ਨਾਲ ਹੀ ਤੁਹਾਨੂੰ ਆਏਗਾ। ਉਸ ਤੋਂ ਬਾਅਦ ਹੈ ਜੀ ਰੂਸ ਤੋਂ ਕੀ ਲਿਆ ਗਿਆ ਸੀ। ਫੰਡਾਮੈਂਟਲਸ ਡਿਊਟੀ ਆ ਜਿਹੜੀਆਂ ਉਹ ਲਈਆਂ ਗਈਆਂ। ਆਈਡੀਆ ਆਫ ਇਕੁਅਲ ਜਸਟਿਸ ਲਿਆ ਗਿਆ ਸੀ। ਨੈਕਸਟ ਆ ਜਾਓ। ਨੈਕਸਟ ਹੈ ਜੀ ਸਾਊਥ ਅਫਰੀਕਾ। ਸਾਊਥ ਅਫਰੀਕਾ ਤੋਂ ਪ੍ਰੋਵੀਜ਼ਨਸ ਆਫ ਕੌਨਸਟੀਟਿਊਸ਼ਨਸ ਅਮੈਂਡਮੈਂਟ, ਜਿਹੜੇ ਸੰਸ਼ੋਧਨ ਕੀਤੇ ਜਾਂਦੇ ਨੇ ਉਹ ਲਏ ਗਏ ਨੇ। ਜਰਮਨੀ ਤੋਂ ਐਮਰਜੈਂਸੀ ਪਾਵਰਸ ਲਈਆਂ ਗਈਆਂ। ਕੈਨੇਡਾ ਯੂਨਿਟਰੀ ਪਾਵਰਸ, ਡਿਸਟਰੀਬਿਊਸ਼ਨ ਆਫ ਪਾਵਰਸ ਬਿਟਵੀਨ ਯੂਨੀਅਨ ਐਂਡ ਸਟੇਟਸ, ਸੰਘ ਅਤੇ ਰਾਜਾਂ ਵਿਚਕਾਰ ਜਿਹੜੀਆਂ ਸ਼ਕਤੀਆਂ ਦੀ ਵੰਡ ਹੈ। ਉਸ ਤੋਂ ਬਾਅਦ ਇੰਡੀਆ ਆ ਗਿਆ ਜੀ। ਇੰਡੀਆ 'ਚ ਜਿਹੜਾ ਸੋਰਸ ਇੰਡੀਆ ਦੁਆਰਾ ਲਿਆ ਗਿਆ ਉਹ ਕੀ ਹੈ, ਉਹ ਹੈ 0 ਆਵਰ। ਪਾਰਲੀਮੈਂਟ ਸੈਸ਼ਨ ਦੇ ਵਿੱਚ 0 ਆਵਰ, ਜਿਸ ਦੀ ਟਾਈਮਿੰਗ ਹੈ ਜੀ 12 ਤੋਂ 1। ਸੰਸਦ ਦਾ 11 ਤੋਂ 12 ਦਾ ਜਿਹੜਾ ਸਮਾਂ ਹੈ ਉਸ ਨੂੰ ਕੁਐਸਚਨਸ ਆਰ ਕਿਹਾ ਜਾਂਦਾ ਹੈ, ਜਿਸ ਨੂੰ ਪ੍ਰਸ਼ਨ ਕਾਲ ਕਹਿੰਦੇ ਹਨ। ਉਸ ਦਾ ਸਮਾਂ ਨੋਟ ਕਰ ਲਓ ਜੀ, 11 ਤੋਂ 12। ਇਹ ਕੁਐਸਚਨ ਤੁਹਾਨੂੰ ਜ਼ਰੂਰ ਆ ਸਕਦਾ ਕੋਈ ਨਾ ਕੋਈ ਇਹਦੇ ਵਿੱਚੋਂ। ਉਸ ਤੋਂ ਬਾਅਦ ਹੈ ਜੀ ਸ਼ਡਿਊਲ, ਅਨੁਸੂਚੀਆਂ ਸਟਾਰਟ ਹੋ ਜਾਂਦੀਆਂ। ਅਨੁਸੂਚੀਆਂ ਦੇ ਵਿੱਚ ਪਹਿਲਾਂ ਜਿਹੜੇ ਮੂਲ ਸੰਵਿਧਾਨ 'ਚ ਅਨੁਸੂਚੀਆਂ ਸੀ ਉਹ 8 ਸਨ,
पर हुण किन्नियां हो चुकियां ने, हुण 12 हो चुकियां ने। ये आपां डिटेल दे विच करांगे। 12 अनुसूचियां। पहली हाँ जी फस्ट शेड्यूल है जिहड़ा ਉਹਦੇ ਵਿੱਚ ਆ ਜਾਂਦਾ ਹੈ ਨੇਮ ਆਫ ਇੰਡੀਅਨ ਸਟੇਟਸ ਯੂਨੀਅਨ ਟੈਰੀਟਰੀਜ਼ ਐਂਡ देयर ਏਰੀਆਜ਼ ਆ ਜਾਂਦੇ ਨੇ, ਇਹਨਾਂ ਨਾਮ ਆ ਜਾਂਦੇ ਨੇ ਇਹਨਾਂ ਦੇ, ਜੋ ਕਿ ਹੁਣ 9 ਯੂਨੀਅਨ ਟੈਰੀਟਰੀਜ਼ ਸਾਨੂੰ ਸਭ ਨੂੰ ਹੀ ਪਤਾ ਹੈ ਕਿ ਪਹਿਲਾਂ 7 ਸੀ, ਹੁਣ 9 ਹੋ ਚੁੱਕੀਆਂ ਨੇ, ਅਤੇ ਸਟੇਟਸ ਆ ਜਿਹੜੀਆਂ 28 ਹੈ। ਇਸ ਨੂੰ ਫਸਟ ਸ਼ਡਿਊਲ ਦੇ ਵਿੱਚ ਇਹਨਾਂ ਦੇ ਨੇਮ ਆ ਜਾਂਦੇ ਨੇ। ਸੈਕਿੰਡ ਸ਼ਡਿਊਲ ਜੋ ਸੈਕਿੰਡ ਅਨੁਸੂਚੀ ਹੈ ਉਸ ਦੇ ਵਿੱਚ ਦੇਖੋ ਸੈਲਰੀਜ਼ ਅਲਾਉੈਂਸਸ ਭੱਤੇ ਆ ਜਾਂਦੇ ਨੇ, ਜੋ ਕਿ ਡਿਫਰੈਂਟ ਗੌਰਮੈਂਟ ਅਫੀਸ਼ੀਅਲ ਹੁੰਦੀਆਂ ਜੋ ਆਫ ਇੰਡੀਆ ਦੇ, ਜਿਵੇਂ ਕਿ ਸਪੀਕਰ ਆਫ ਲੋਕ ਸਭਾ, ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ, ਗਵਰਨਰ, ਕਾਉਂਸਲ ਆਫ ਮਿਨਿਸਟਰਸ, PM, ਜੱਜਿਸ, MP, MLA, ਅਟਾਰਨੀ ਜਨਰਲ, ਇਹਨਾਂ ਸਾਰਿਆਂ ਨੂੰ ਸੈਲਰੀਜ਼ ਦਿੱਤੀਆਂ ਜਾਂਦੀਆਂ ਹਨ। ਇਹਨਾਂ ਦੀ ਇਹ ਸਾਰੇ ਸੈਕਿੰਡ ਸ਼ਡਿਊਲ ਦੇ ਵਿੱਚ ਆਉਂਦੇ ਨੇ, ਸੈਕਿੰਡ ਅਨੁਸੂਚੀ ਦੇ ਵਿੱਚ ਆਉਂਦੇ ਨੇ। ਅਟਾਰਨੀ ਜਨਰਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮਹਾਨਿਆਵਾਦੀ ਕਹਿੰਦੇ ਨੇ, ਜੋ ਸਭ ਤੋਂ ਵੱਡਾ ਵਕੀਲ ਹੁੰਦਾ ਹੈ, ਪ੍ਰੈਜ਼ੀਡੈਂਟ ਦੁਆਰਾ ਹੀ ਇਸ ਨੂੰ ਚੂਜ਼ ਕੀਤਾ ਜਾਂਦਾ ਹੈ। ਸੋ ਇਹ ਕੁਐਸਚਨ ਆ ਸਕਦਾ ਹੈ ਕਿਸ ਦੁਆਰਾ ਇਸ ਨੂੰ ਚੁਣਿਆ ਜਾਂਦਾ ਹੈ, ਪ੍ਰੈਜ਼ੀਡੈਂਟ ਦੁਆਰਾ। ਇਹ ਕਿਸ ਨੇ ਡਿਸਾਈਡ ਕੀਤਾ ਸੀ, ਪਾਰਲੀਮੈਂਟ ਨੇ ਡਿਸਾਈਡ ਕੀਤਾ ਸੀ, ਅਤੇ ਇਸ ਨੂੰ ਰਿਟੇਨਰ ਵੀ ਕਿਹਾ ਜਾਂਦਾ ਹੈ। ਨੋਟ ਕਰ ਲਓ ਜੀ। हाँ जी नैक्सट है जी शेड्यूल 3 अनुसूची 3 अबाउट द ओथ्स ऑफ डिफरेंट गौरमेंट ऑफिशियल। देखो जो अबाउट द ओथ है जो देखो जो भी चुने जाते हैं जिमें कि गवर्नर हो गए, मिनिस्टर्स हो गए है ना, प्रैजीडेंट हो गए, जिन्होंने चुनिया जाता है उस तो बाद उन्होंने सानू सब ही पता है उन्होंने एक सौं चुकाई जाती है कि वो अपने काम अपनी ईमानदारी नाल करनगे। सब तो पहला इदां याद कर लियो जी, नेम ऑफ इंडियन स्टेट्स आ गई, उन टैरीटोरीज उन्होंने नेम आ जाते। देखो उस दे लई कहंदे जिन्ने भी मतलब गौरमेंट ऑफिशियल्स जो वर्क करते हैं इंडिया के लिए, उन्होंने उस तो बाद उन्होंने पोजीशनस दित्तियां जांदियां हन, उन्होंने सैलरी दी जाती है। देखो सैलरी दी जाती है तो गौरमेंट ये होप करती है ना कि सारे मतलब जो MLA जो भी ऑफिशियल्स ने वो ईमानदारी नाल काम करन अपना, इसलिए ईमानदारी चाहते हैं, उम्मीद रखते हैं, तो उन्होंने तो सौं चुकाई जाती है। उस तो बाद शेड्यूल नंबर 4 एलोगेशनस ऑफ मैंबरस ऑफ राज्य सभा फ्रॉम स्टेट लैजिस्लेटिव असैंबली। इस तो बाद जी सूची 4 ਦੇ ਵਿੱਚ राज्यों की विधान सभा तो राज सभा के मैंबरों का वेरवा लिया जाता है कि किस तरह वो काम कर रहे हैं, सारा वेरवा लिया जाता है। देखो सौं चुकाई जाती है, फिर पहला सैलरियाँ दित्तियां जांदियां ने, फिर सौं चुकाई जाती है, उस तो बाद उन्हों का वेरवा लिया जाता है उन्होंने कामों प्रति। नैक्सट है शेड्यूल 5 स्पैशल प्रोविजनस फॉर शेड्यूल कास्ट शेड्यूल ट्राइब्स लई, कहते स्पैशल प्रोविजन दित्तियां जांदियां ने, कोई स्पैशल प्रोविजन कीतियां जांदियां जो शेड्यूल कास्ट के होंदे ने, शेड्यूल ट्राइब्स के लिए ये अनुसूची 5 दे विच आ जांदे ने। शेड्यूल 6 स्पैशल प्रोविजनस फॉर स्पैशल एडमिनिस्ट्रेटिव एरियाज आ जाता है शेड्यूल 6 ਦੇ ਵਿੱਚ, याद कर लियो। शेड्यूल 7 लिस्ट ऑफ द कॉन्स्टिट्यूशन संविधान ਦੀਆਂ ਜਿਹੜੀਆਂ सूचियां ने, ਇਹਦੇ ਵਿੱਚ 3 ਲਿਸਟਾਂ ਆ ਜਾਂਦੀਆਂ ਨੇ जी, 3 ਲਿਸਟ ਆ ਜਾਂਦੀ ਹੈ सूची ਵਿੱਚ 7 ਦੇ ਵਿੱਚ। ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾ ਸਕਦਾ ਹੈ ਸੰਵਿਧਾਨ ਦੀਆਂ ਜਿਹੜੀਆਂ ਸੂਚੀਆਂ ਨੇ ਕਿਹੜੇ ਸ਼ਡਿਊਲ ਦੇ ਵਿੱਚ ਆਉਂਦੀਆਂ, शेड्यूल 7 ਦੇ ਵਿੱਚ ਆਉਂਦੀਆਂ ਨੇ, ਕਿੰਨੀਆਂ ਹਨ ਜੀ, ਇਹ ਆ ਸਕਦਾ 3 ਲਿਸਟਾਂ ਹੁੰਦੀਆਂ ਨੇ। ਕਿਹੜੀਆਂ ਹਨ ਜੀ, यूनियन लिस्ट, स्टेट लिस्ट, कॉनकरेंट लिस्ट। यूनियन लिस्ट जो केंद्र द्वारा कानून बनाया जाता है इस, और स्टेट लिस्ट राज द्वारा कानून होंदा है। कॉनकरेंट लिस्ट केंद्र और राज दोवां द्वारा ही कानून बनाया जाता है, जिसनों समवर्ती सूची कहते हैं। इस विच केंद्र और राज दोवां द्वारा कानून बनाया जाता है। हाँ जी ये विषय नोट कर लो। केंद्र द्वारा कानून दे विषय 100 आ जी, राज द्वारा जो कि स्टेट लिस्ट है उस दे विच 61, कॉनकरेंट लिस्ट दे विच 52 विषय होंदे हन। ये नोट कर लो, क्वेश्चन आ सकता है। हाँ जी नैक्सट है शेड्यूल 8 दे विच लैंगुएज ऑफ कॉन्स्टिट्यूशनस, संविधान दीयां भाषावां आ जांदियां ने। मूल संविधान विच पहलां 14 भाषावां सी, आधुनिक दे विच 22 भाषावां आ गईयां जी। बट जिहड़ी इंग्लिश है
संविधानिक भाषा नहीं है, ये नोट कर लियो, इनू ऐड नहीं किया गया। ये 1965 तक चली जरूर सी, ठीक है, पर इसनू संविधानिक दर्जा नहीं दिता गया। हाँ जी, कॉन्स्टिट्यूशन नैक्सट है शेड्यूल 9 दे विच लाज ऑफ लैंड रिफॉर्म्स आ जाते हैं, जो कि भूमि सुधार के कानून जिसनों कहा जाता है, सारा भूमि सुधार के कानून सारे शेड्यूल 9 दे विच आउंदे ने। फस्ट कॉन्स्टिट्यूशनस अमेंडमेंट हुई सी 1951 दे विच, जिस विच भूमि सुधार के कानून बनाए गए सी। ते संपत्ति के अधिकार समय कहते जदों संपत्ति के अधिकार समय इत्थों का प्रैजीडेंट कौन सी, नोट कर लो, पंडित जवाहर लाल नेहरू उस समय प्रैजीडेंट सन। भूमि के सुधार के कानून किहड़ी अमेंडमेंट राही किया गया, नोट कर लो जी, फस्ट कॉन्स्टिट्यूशनस अमेंडमेंट 1951 दे विच। ते उस समय प्रैजीडेंट कौन सन, पंडित जवाहर लाल नेहरू। अगे आ जाओ जी, शेड्यूल 10 है। 10 दे विच एंटी डिडक्शन ला हुंदा है जी, दल बदल ते रोक का कानून बनाया गया। दल बदल ते रोक का कानून बनाया गया तो तुहानूं पुछया जा सकदा किहड़े संशोधन राही 52 सैकेंड कॉन्स्टिट्यूशन अमेंडमेंट 1985 52वीं जिहड़ी संशोधन होया सी 1985 दे विच, उस रही दल बदलते रोक का कानून बनाया गया सी। प्रैजीडेंट सन उस समय राजीव गांधी। पूछा जा सकता जी एंटी डिडक्शन ला दे विच उस समय प्रैजीडेंट कौन सन, राजीव गांधी। नैक्सट है जी शेड्यूल 11 दे विच पंचायत बिकेम द पार्ट ऑफ इंडियन कॉन्स्टिट्यूशन दे विच कहंदे पंचायत का जिहड़ा अरेंज किया गया सी, पंचायत बनी सी, एक हिस्सा बन गई सी, इंडियन का कॉन्स्टिट्यूशन का एक हिस्सा बनी सी पंचायत। कदों बनी सी, 73rd कॉन्स्टिट्यूशन अमेंडमेंट 1992 दे विच बनी सी जी। पंचायती राज नूं एक संविधानिक दर्जा दिता गया सी उस समय। तो प्राइम मिनिस्टर सन उदों PV नरसिम्हा राव। ये जरूर आ सकता है उस समय जदों पंचायती राज का गठन किया गया सी तो प्राइम मिनिस्टर कौन सन PV नरसिम्हा राव। किहड़े संशोधन राही है जी, वो नोट कर लो, ठीक है जी। हाँ जी, एक पार्ट 9 दे विच लिया गया सी इनू। ते आर्टिकल नोट कर लो जी, पार्ट पूछा जा सकता, पार्ट 9 दे विच जोड़िया गया सी। आर्टिकल 243 ते A to O तक आउंदे ने, A to O तक, ये नोट कर लो जी। ये क्वेश्चन कोई ना कोई आ सकता है। राजस्थान के नगौर तो स्टार्ट किया गया सी, कित्थों स्टार्ट होया सी पंचायती राज सिस्टम, राजस्थान के नगौर तो स्टार्ट किया गया सी। ये कोई भी क्वेश्चन तुहानूं आ सकता, सो प्लीज़ ध्यान नाल। नैक्सट है जी शेड्यूल 12, अपनी 12वीं अनुसूची है जो लास्ट। म्यूनसिपल आलसो बिकम द पार्ट बनी। उस तो बाद जी म्यूनसिपल कमेटी आई। देखो पहला पंचायती राज आया सी, फिर म्यूनसिपल कमेटी आई सी। नगर पालिका नूं कहंदे संविधानिक दर्जा दिता गया सी। हाँ जी, ये भी तुहानूं पूछ सकते हैं किहड़ी अमेंडमेंट राही, ते उस समय किहड़ी अमेंडमेंट राही हो सकता है। हाँ जी, 74th कॉन्स्टिट्यूशनस अमेंडमेंट 1992 सी जी। पार्ट देख लो इहदा, पंचायती राज 9 दे विच सी और म्यूनसिपल कमेटी नगर पालिका 9H सी, जोड़िया गया इसनूं। वो आर्टिकल तुहाडा देखो जी, बैक जाने 243 A to O सी, ये 243 O तो बाद P to Z विच आउंदी है जी म्यूनसिपल कमेटी। ये पॉइंट नोट कर लो तुसीं, बहुत ही तुहाडी नॉलेज लई बहुत जरूरी ने, प्लीज़ ये नोट कर लो। नाल वीडियो नूं जे तुसीं वार-वार देखोगे तुहानूं सारा रिवाइज़ हो जाएगा अच्छी तरह। 3-4 बार जरूर देखो इस वीडियो नूं। सो प्लीज़ सबसक्राइब कर दो ताकि असीं होर नैक्सट जिहड़ा हजे चैप्टर कंप्लीट नहीं होया, इसनूं मे बी 2 or 3 डेज़ लग सकते हैं। उस तो बाद MCQ होणगे, क्योंकि तुहानूं पूरी डिटेल दे विच करवाया जा रहा है। सो कल आपां फिर लैके आवांगे इस तो अगे की आ रहा, किन्ने आर्टिकल स्टार्ट होणगे अपने 1 to 4 आर्टिकल दे विच की आएगा,
फंडामेंटल राइट्स ड्यूटी सारा कुछ आएगा, तुहानूं पूरी डिटेल दे विच करवाया जाएगा। हाँ जी, तो कल मिलते हैं। ओके जी, थैंक यू वेरी मच।